ਤੇ ਜਿਹੜਾ ਦਮਦਮਾ ਸਾਹਿਬ ਹੈ ਬਾਬਾ ਦੀਪ ਸਿੰਘ ਦਾ ਜਿਹੜਾ ਹੈ ਹੱਥ ਲਿਖਤ ਸਰੂਪ ਅੱਜ ਤੱਕ ਦਮਦਮਾ ਸਾਹਿਬ ਵਿੱਚ ਪਿਆ ਹੈ। ਤੇ ਦੂਸਰਾ ਬਾਬਾ ਦੀਪ ਸਿੰਘ ਦਾ ਗੁਟਕਾ, ਪਰਸਨਲ ਗੁਟਕਾ, ਵਿਚ ਕੰਟੇਨਸ ਚਤਰੋ ਪਖਿਆਨ ਦੀ ਬਾਣੀ, ਕੰਪਲੀਟ ਬਾਣੀ, ਉਹ ਸਾਰੀ ਉਹਦੇ ਵਿੱਚ ਲਿਖੀ ਹੋਈ ਹੈ। ਮਤਲਬ ਬਾਬਾ ਦੀਪ ਸਿੰਘ ਦਾ ਨਿਤਨੇਮ ਜਿਹੜਾ ਹੋਇਆ ਕਰਦਾ ਸੀਗਾ, ਸਾਰੀ ਚਤਰੋ ਪਖਿਆਨ ਦੀ ਬਾਣੀ ਉਹ ਪੜਿਆ ਕਰਦੇ ਸਨ ਹਰ ਰੋਜ਼। ਸੋ ਉਹਦਾ ਗੁਟਕਾ ਜਿਹੜਾ ਹੈ ਦੇਖਣ ਵਿੱਚ ਐਡਾ ਮੋਟਾ ਹੈ ਜੀ। ਸੋ ਉੱਥੇ ਜਿਹੜਾ ਹੈ ਅੱਜ ਵੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਉਹ ਸੁਸ਼ੋਭਤ ਹੈ। ਸੋ ਇਹ ਜਿਹੜਾ ਆਪ ਜੀ ਅੰਗ ਦੇਖ ਰਹੇ ਹੋ ਇਹ ਬੇਨਤੀ ਚੌਪਈ ਹੈ, ਇਹ ਬੇਨਤੀ ਚੌਪਈ ਦਾ ਅੰਗ ਹੈ। ਤੇ ਇਹਦੇ ਵਿੱਚ ਜਿਹੜਾ ਹੈ ਉਸੇ ਤਰ੍ਹਾਂ ਹੀ ਬਾਤ ਸ਼ੁਰੂ ਹੁੰਦਾ ਹੈ, ਪਰ ਉਸ ਦੀ ਤਰਤੀਬ ਜਿਹੜੇ ਬਾਅਦ ਵਿੱਚ ਸ਼ਬਦ ਆਉਂਦੇ ਨੇ ਜਾਂ ਪਹਿਲਾਂ ਆਉਂਦੇ ਨੇ, ਪੁਨ ਰਾਖਸ਼ ਕਾ ਕਾਟਾ ਸੀਸਾ, ਸੋ ਉਹ ਸ਼ਬਦ ਜਿਹੜੇ ਹਨ ਉਹ ਪਹਿਲਾਂ ਆਉਂਦੇ ਨੇ ਤੇ ਫਿਰ ਬੇਨਤੀ ਚੌਪਈ ਸ਼ੁਰੂ ਹੁੰਦੀ ਹੈ। ਇਸ ਕਰਕੇ ਜਿਹੜੀ ਪੁਰਾਤਨ ਰਹਿ ਰਾਸ ਹੈ ਉਹਦੇ ਵਿੱਚ ਇਸੇ ਹੀ ਜਿਹੜਾ ਹਨ ਤਰੀਕੇ ਦੇ ਨਾਲ ਜਿਹੜੀ ਹਨ ਉਹ ਬੇਨਤੀ ਚੌਪਈ ਉੱਥੇ ਹੁੰਦੀ ਹੈ। ਸੋ ਪੁਨ ਰਾਖਸ਼ ਕਾ ਕਾਟਾ ਸੀਸਾ ਤੋਂ ਸ਼ੁਰੂ ਹੁੰਦੀ ਹੈ, ਜਿਸ ਤਰ੍ਹਾਂ ਇੱਥੇ ਸ਼ੁਰੂ ਹੁੰਦੀ ਹੈ। ਹਾਂਜੀ, ਫਿਰ ਸ਼ਬਦ ਹਜ਼ਾਰੇ ਹੈ ਜੀ, ਜੋ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਸ਼ਬਦ ਹਜ਼ਾਰਿਆਂ ਦਾ ਅੰਗ ਹੈ। ਇੱਥੇ ਸ਼ਬਦ ਹਜ਼ਾਰੇ ਨੇ। ਹਾਂਜੀ, ਜੋ ਰਾਮਕਲੀ ਪਾਤਸ਼ਾਹੀ 10ਵੀਂ, ਹਾਂਜੀ, ਇੱਥੋਂ ਐਸੋ ਕਰ ਰੇ ਮਨ ਐਸੋ ਕਰ ਸੰਨਿਆਸਾ, ਉਹ ਸਾਰਾ ਸ਼ਬਦ ਆਉਂਦਾ ਹੈ। ਫਿਰ ਇਹ 33 ਸਵਈਏ ਨੇ। ਹਾਂਜੀ, ਇਹ 33 ਸਵਈਏ ਨੇ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਇਹ ਇੱਥੇ ਸ਼ਬਦ ਇੱਥੇ ਆਉਂਦਾ ਹੈ 33 ਸਵਈਆਂ ਦੇ ਵਿੱਚ। ਇਹ ਸਾਰੇ 33 ਸਵਈਏ ਨੇ ਜੋ ਆਪ ਜੀ ਦਰਸ਼ਨ ਕਰ ਰਹੇ ਹੋ। ਹਾਂਜੀ, ਇਹ ਖਾਲਸਾ ਮਹਿਮਾ ਆਇਆ। ਹੁਣ ਇਹ ਖਾਲਸਾ ਮਹਿਮਾ ਦੇ ਸ਼ਬਦ ਨੇ ਸਾਰੇ ਜਿਹੜੇ ਇੱਥੇ ਆ ਰਹੇ ਨੇ, ਜੋ ਲਾਸਟ ਆਪ ਜੀ ਦੇਖ ਰਹੇ ਹੋ ਅਖੀਰ ਤੇ। ਤੇ ਇਸ ਤੋਂ ਬਾਅਦ ਫਿਰ ਅਸਫੋਕਟ ਜਿਹੜੇ ਹਨ, ਕਵਿਤ ਜਿਹੜੇ ਹਨ ਉਹ ਇੱਥੇ ਆਉਂਦੇ ਨੇ, ਅਸਫੋਕਟ ਕਵਿਤ। ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਨਾ ਜਦੋਂ 1897 ਦੇ ਵਿੱਚ ਉਹਨਾਂ ਨੇ ਸੋਧਕ ਕਮੇਟੀ ਬਣਾਈ, ਉਹਦੇ ਵਿੱਚ ਉਹਨਾਂ ਨੂੰ ਇੱਕ ਚੈਲੰਜ ਹੋਈ, ਕਿਉਂਕਿ ਉਹਨਾਂ ਦੇ ਕੋਲ ਸਾਰੇ ਸਰੂਪ ਦਸਮ ਗ੍ਰੰਥ ਦੇ ਨਹੀਂ ਆ ਸਕੇ। ਕਿਉਂਕਿ ਉਸ ਸਮੇਂ ਵਿੱਚ 1897 ਕਾਫੀ ਥਾਵਾਂ ਦੇ ਉੱਤੇ ਦਸਮ ਗ੍ਰੰਥ ਦਾ ਪ੍ਰਕਾਸ਼ ਹੋਇਆ ਕਰਦਾ ਸੀ। ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਦਸਮ ਗ੍ਰੰਥ ਦਾ ਸਰੂਪ ਜਿਹੜਾ ਹੈ ਇਹ ਉਦੋਂ ਹੀ ਪ੍ਰਕਾਸ਼ ਹੁੰਦਾ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣ। ਸੋ ਇਕੱਲੇ ਦਸਮ ਗ੍ਰੰਥ ਦਾ ਸਰੂਪ ਅੱਜ ਤੱਕ ਦੁਨੀਆ ਤੇ ਕਿਤੇ ਵੀ ਪ੍ਰਕਾਸ਼ ਨਹੀਂ ਹੋਇਆ। ਅਲੋਨ ਜੇ ਕਹੀਏ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ, ਉੱਥੇ ਦਸਮ ਗ੍ਰੰਥ ਦਾ ਸਰੂਪ ਕਿਤੇ ਨਹੀਂ ਹੋਇਆ ਜੀ। ਨੋਵੇਅਰ ਇਨ ਦ ਵਰਲਡ ਯੂ ਵਿਲ ਫਾਈਂਡ ਈਵਨ ਵਨ ਪਲੇਸ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਹੋਵੇ ਤੇ ਸਿਰਫ ਦਸਮ ਗ੍ਰੰਥ ਦਾ ਸਰੂਪ ਹੋਵੇ। ਇਟ ਨੈਵਰ ਹੈਪਨਡ, ਨਾ ਕਿਤੇ ਹੋਣਾ ਹੀ ਹੈ। ਹਾਂਜੀ, ਤੇ ਇਹ ਅਖੀਰ ਤੇ ਆਉਂਦਾ ਲੱਖੀ ਜੰਗਲ। ਸੋ ਲੱਖੀ ਜੰਗਲ ਜੇ ਹੈ, ਜਿਵੇਂ ਮਹਾਰਾਜ ਮਾਛੀਵਾੜੇ ਤੇ ਲੱਖੀ ਜੰਗਲ, ਇਹ ਦੋ ਥਾਵਾਂ ਤੇ ਮਹਾਰਾਜ ਜੀ ਇਕੱਲੇ ਰਹੇ ਸਨ। ਤੇ ਇੱਥੇ ਮਹਾਰਾਜ ਨੇ ਜਿਹੜਾ ਹੈ 101 ਜਪਜੀ ਸਾਹਿਬ ਦਾ ਜਾਂ 1.25 ਲੱਖ ਪਾਠ ਜਪਜੀ ਸਾਹਿਬ ਦਾ ਕੀਤਾ ਸੀ ਲੱਖੀ ਜੰਗਲ ਦੇ ਵਿੱਚ। ਤੇ ਲੱਖੀ ਜੰਗਲ ਦੇ ਵਿੱਚ ਉਹਨਾਂ ਦੀ ਮਰਿਆਦਾ ਕੀ ਹੈ, ਜਦੋਂ ਵੀ ਪਾਠ ਦਾ ਜਿਹੜਾ ਹੈ, ਜਦੋਂ ਉਹਨਾਂ ਨੇ ਹੁਕਮਨਾਮਾ ਲੈਣਾ ਹੁੰਦਾ ਨਾ, ਉਹ ਲੱਖੀ ਜੰਗਲ ਵਿੱਚ ਉਹਨਾਂ ਦੀ ਮਰਿਆਦਾ ਹੈ, ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈਂਦੇ ਨੇ, ਉਸ ਤੋਂ ਬਾਅਦ ਦਸਮ ਗ੍ਰੰਥ ਦਾ ਹੁਕਮਨਾਮਾ ਲੈਂਦੇ ਨੇ, ਤੇ ਫਿਰ ਸ੍ਰੀ ਸਰਬਲੋਕ ਗ੍ਰੰਥ ਦਾ ਜਿਹੜਾ ਹੈ ਉਹਦਾ ਹੁਕਮਨਾਮਾ ਲੈਂਦੇ ਨੇ। ਉੱਥੇ 3 ਹੁਕਮਨਾਮੇ ਲਈ ਜਾਂਦੇ ਨੇ ਲੱਖੀ ਜੰਗਲ ਦੇ ਵਿੱਚ। ਇਹ ਅਸੀਂ ਆਪ ਉੱਥੇ ਗਏ ਸੀ, ਅਸੀਂ ਸੁਣਿਆ, ਤੇ 3 ਹੁਕਮਨਾਮੇ ਲੈਂਦੇ ਹਨ ਉੱਥੇ। ਤੇ ਉੱਥੇ ਜਿਹੜਾ ਉਹ ਸਮਾਗਮ ਦੇ ਵਿੱਚ ਸਾਰੇ 5 ਤਖਤਾਂ ਦੇ ਸਿੰਘ ਸਾਹਿਬ ਪਹੁੰਚਦੇ ਨੇ। ਹਰ ਸਾਲ ਉਹਨਾਂ ਦਾ ਵੱਡਾ ਸਮਾਗਮ ਹੁੰਦਾ ਹੈ ਜਿੱਥੇ ਸਾਰੇ ਤਖਤਾਂ ਦੇ ਜਥੇਦਾਰ ਪਹੁੰਚਦੇ ਨੇ, ਸਾਰੀਆਂ ਜਥੇਬੰਦੀਆਂ ਪਹੁੰਚਦੀਆਂ ਨੇ, ਸਾਰਾ ਮਤਲਬ ਖਾਲਸਾ ਪੰਥ ਤੇ ਇਕੱਠਾ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈ ਇਹ ਪੁਰਾਤਨ ਮਰਿਆਦਾ ਨੇ ਸਾਰੀਆਂ। ਹਾਂਜੀ, ਸੋ ਹੁਣ ਜਿਹੜਾ ਆਪ ਜੀ ਦੇਖ ਰਹੇ ਹੋ ਨਾ, ਦੂਜੇ ਪਾਸੇ ਦੇਖੋ ਉਹਦੀ ਰਾਈਟਿੰਗ ਦਾ ਬਹੁਤ ਫਰਕ ਹੈ। ਪਹਿਲੀ ਰਾਈਟਿੰਗ ਬਿਲਕੁਲ ਹੋਰ ਹੈ, ਰਾਈਟਿੰਗ ਵੀ ਹੋਰ ਹੈ ਤੇ ਇੰਕ ਵੀ ਵੱਖਰੀ ਹੈ, ਤੇ ਦੈਨ ਕਾਗਜ਼ ਵੀ ਥੋੜਾ ਜਿਹਾ ਵੱਖਰਾ ਹੈ। ਸੋ ਇਹ ਜਿਹੜਾ ਹੈ ਜ਼ਫਰਨਾਮਾ ਬਾਅਦ ਵਿੱਚ ਲਿਖ ਕੇ ਪਾਇਆ ਗਿਆ ਹੈ। ਸੋ ਇਹ ਜਿਹੜਾ ਹੈ ਸਰੂਪ ਆਪਾਂ ਨੂੰ ਇਹ ਸਬੂਤ ਦਿੰਦਾ ਹੈ ਕਿ 1705 ਤੋਂ ਪਹਿਲਾਂ ਸਰੂਪ ਜਿਹੜੇ ਸੀਗੇ ਉਹਨਾਂ ਦਾ ਉਤਾਰਾ ਕੀਤਾ ਗਿਆ। ਜਿਵੇਂ ਹਰਦਾਸ ਦਾ ਸਰੂਪ ਹੈ ਜਿਹੜਾ 1698 ਹੈ ਉਸਦੀ ਡੇਟ, ਹਰਦਾਸ ਦਾ ਸਰੂਪ ਦਸਮ ਗ੍ਰੰਥ ਦਾ ਡੇਟਡ 1698। ਸੋ ਉਹ ਸਰੂਪ ਤੋਂ ਕਈ ਸਰੂਪਾਂ ਨੇ ਫਿਰ ਜਿਹੜਾ ਹੈ ਉਹਨਾਂ ਨੇ ਉਤਾਰੇ ਕੀਤੇ। ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈ ਦੂਸਰੀ ਗੱਲ ਇਹ ਹੈ ਜਿਹੜੀ ਆਪਾਂ ਨੂੰ ਵਿਚਾਰਨੀ ਚਾਹੀਦੀ ਹੈ, ਜਦੋਂ ਵੀ ਸ੍ਰੀ ਦਸਮ ਗ੍ਰੰਥ ਦਾ ਪ੍ਰਕਾਸ਼ ਹੁੰਦਾ ਹੈ ਉਹਦਾ ਰੂਲ ਕੀ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਜਿਹੜੀ ਹੁੰਦੀ ਹੈ ਉਹਦੇ ਖੱਬੇ ਪਾਸੇ ਹੁੰਦਾ ਹੈ। ਮਤਲਬ ਇਹ ਪਰੰਪਰਾ ਹੈ। ਹਾਂਜੀ, ਉਹ ਇੱਕ ਪਰੰਪਰਾ ਹੈ। ਪਹਿਲਾਂ ਤਾਂ ਉਹ ਖੱਬੇ ਪਾਸੇ ਹੁੰਦਾ ਹੈ, ਦੂਜਾ ਉਹ ਪਾਲਕੀ ਵੀ ਨੀਵੀਂ ਹੁੰਦੀ ਹੈ। ਐਟਲੀਸਟ 2 to 3 ਇੰਚਸ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨਾਲੋਂ ਨੀਵਾਂ ਹੁੰਦਾ ਹੈ।
ਤੇ ਇਹ ਮਰਿਆਦਾ ਜਿਹੜੀ ਹੈ ਹਰ ਪਾਸੇ ਹੈ, ਕਿਉਂਕਿ ਇਹ ਅੱਜ ਗੱਲ ਆਪਾਂ ਨੂੰ ਸਮਝ ਨਹੀਂ ਆਉਂਦੀ ਨਾ ਵੀ ਖੱਬੇ ਪਾਸੇ ਕਿਉਂ। ਇਹ ਪੁਰਾਤਨ ਮਰਿਆਦਾ ਹੈ, ਜਿਹੜਾ ਵੀ ਕੋਈ ਆਪਣੇ ਨਾਲੋਂ ਵੱਡਾ ਹੋਵੇ ਨਾ ਉਹਨੂੰ ਸੱਜੇ ਪਾਸੇ ਰੱਖੀਦਾ ਹੁੰਦਾ ਹੈ। ਇਸ ਕਰਕੇ ਜਦੋਂ ਵੀ ਕਥਾ ਕਰੀਦੀ ਹੈ ਨਾ, ਜਿਹੜਾ ਬਾਣੀ ਪੜ੍ਹਦਾ ਹੈ ਨਾ ਉਹ ਹਮੇਸ਼ਾ ਸੱਜੇ ਪਾਸੇ ਹੁੰਦਾ ਹੈ, ਜਿਹੜਾ ਬੋਲਣ ਵਾਲਾ ਉਹ ਖੱਬੇ ਪਾਸੇ ਹੁੰਦਾ ਹੈ, ਕਿਉਂਕਿ ਸਤਿਕਾਰ ਹੈ ਬਾਣੀ ਦਾ। ਸੋ ਇਹ ਜਿਹੜਾ ਹੈ ਹਮੇਸ਼ਾ ਸ੍ਰੀ ਦਸਮ ਗ੍ਰੰਥ ਖੱਬੇ ਪਾਸੇ ਤੇ ਸੱਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੁੰਦਾ ਹੈ। ਇਹ ਮਰਿਆਦਾ ਹੈ। ਦੂਜਾ ਨੀਵਾਂ ਹੁੰਦਾ ਹੈ। ਸੋ ਇਹ ਮਰਿਆਦਾ ਜਿਹੜੀ ਹੈ ਪੁਰਾਤਨ ਤੌਰ ਤੇ ਜਿਹੜੀ ਹੈ ਇਹ ਚੱਲਦੀ ਆਈ ਹੈ। ਤੇ ਅੱਜ ਤੱਕ ਤੁਸੀਂ ਅਕਾਲ ਤਖਤ ਸਾਹਿਬ ਤੇ ਜਾਓ, ਜਿੱਥੇ ਤੁਸੀਂ ਸ਼ਾਸਤਰ ਜਿਹੜੇ ਹਨ ਉਹ ਵਿਚਾਲੇ ਨੇ, ਤੇ ਜਦੋਂ ਆਪਾਂ ਸਾਹਮਣੇ ਖੜਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪਣੇ ਖੱਬੇ ਪਾਸੇ ਹੈ, ਤੇ ਸੱਜੇ ਪਾਸੇ ਵਾਲਾ ਥਾਂ ਹਜੇ ਵੀ ਖਾਲੀ ਹੈ, ਕਿਉਂਕਿ 1930s 1940s ਤੱਕ ਉੱਥੇ ਦਸਮ ਗ੍ਰੰਥ ਦਾ ਪ੍ਰਕਾਸ਼ ਹੋਇਆ ਕਰਦਾ ਸੀ। ਉਹ ਅਸਥਾਨ ਹਜੇ ਵੀ ਉਹਨਾਂ ਨੇ ਖਾਲੀ ਛੱਡਿਆ ਹੋਇਆ ਹੈ। ਤੇ 1930s ਪਸੌੜੀਆਂ ਨੇ ਜਦੋਂ ਰੌਲਾ ਪਾਇਆ, ਉਹ ਰੌਲੇ ਤੋਂ ਬਾਅਦ ਕੀ ਹੋਇਆ, ਫਿਰ ਖਾਲਸਾ ਪੰਥ ਨੇ ਇਹ ਫੈਸਲਾ ਕੀਤਾ ਕਿ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਸਮੇਂ ਸ੍ਰੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨਾ ਹੈ। ਉਹ ਫਿਰ 1947 ਤੱਕ ਕਰਦੇ ਰਹੇ, ਉਸ ਤੋਂ ਬਾਅਦ ਉਹ ਵੀ ਬੰਦ ਹੋ ਗਿਆ। ਸੋ ਇਸ ਕਰਕੇ ਉਹ ਅਸਥਾਨ ਹਜੇ ਤੱਕ ਵੀ ਖਾਲੀ ਹੈ। ਸੋ ਇਉਂ ਕਰਕੇ ਜਿਹੜੇ ਹਨ ਇਹ ਸਾਰੇ ਜਿਹੜੇ ਸਬੂਤ ਨੇ, ਤੇ ਵੱਡਾ ਸਭ ਤੋਂ ਸਬੂਤ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਆਪਣੀ ਹੈਂਡ ਰਿਟਨ ਜਿਹੜੀ ਹੈ ਚਤਰੋ ਪਖਿਆਨ ਦੀ ਪੋਥੀ ਅੱਜ ਵੀ ਕੇਸਗੜ੍ਹ ਸਾਹਿਬ ਦੇ ਵਿੱਚ ਪਈ ਹੈ। ਹੈਂਡ ਰਿਟਨ ਬਾਏ ਗੁਰੂ ਗੋਬਿੰਦ ਸਿੰਘ, ਚਤਰੋ ਪਖਿਆਨ ਦੀ ਸਾਰੀ ਸੰਪੂਰਨ ਬਾਣੀ ਮਹਾਰਾਜ ਨੇ ਆਪਣੇ ਹੱਥੀਂ ਲਿਖੀ ਹੈ। ਸੋ ਅੱਜ ਤੱਕ ਉਹਨੂੰ ਜਿਹੜਾ ਹੈ ਕੋਈ ਡਾਊਟ ਨਹੀਂ ਕਰ ਸਕਦਾ। ਤੇ ਮਹਾਰਾਜ ਦੇ ਜਿੰਨੇ ਸ਼ਾਸਤਰ ਨੇ ਉਹਨਾਂ ਦੇ ਉੱਤੇ ਅਕਾਲ ਉਸਤਤ ਦੀ ਜਿਹੜੀਆਂ ਹਨ ਪਹਿਲੀਆਂ ਪੰਕਤੀਆਂ ਲਿਖੀਆਂ ਹੋਈਆਂ ਨੇ, ਮਹਾਰਾਜ ਦੇ ਹੁਕਮਨਾਮਿਆਂ ਤੇ ਵੀ ਲਿਖੀਆਂ ਹੁੰਦੀਆਂ ਸਨ। ਸੋ ਇਉਂ ਕਰਕੇ ਇਹ ਥੋੜਾ ਜਿਹਾ ਇੰਟਰੋਡਕਸ਼ਨ ਹੈ ਸ੍ਰੀ ਦਸਮ ਗ੍ਰੰਥ ਦਾ। ਤੇ ਆਪ ਜੀ ਅੱਗੇ ਇਹ ਬੇਨਤੀ ਹੈ, ਐਕਚੁਅਲੀ ਇਨ ਖਾਲਸਾ ਪੰਥ there were never an issue that ਦਸਮ ਗ੍ਰੰਥ is going to take over ਸ੍ਰੀ ਗੁਰੂ ਗ੍ਰੰਥ ਸਾਹਿਬ। ਨਹੀਂ ਹੋ ਸਕਦਾ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣਾ ਗੁਰੂ ਹੈ, ਅਟਲ ਗੁਰੂ ਹੈ, ਸਾਰੀ ਇੱਕ ਸਿੱਖ ਦਾ ਨਿਸ਼ਚਾ ਹੈ। ਜੇ ਕੋਈ ਡਾਊਟ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ, ਉਹ ਸਿੱਖ ਵੀ ਨਹੀਂ ਹੈ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤਾਂ ਦਸਮ ਗ੍ਰੰਥ ਹੈ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਨਹੀਂ ਤਾਂ ਦਸਮ ਗ੍ਰੰਥ ਵੀ ਹੈ ਨਹੀਂ। ਇਹ ਕੋ ਐਗਜ਼ਿਸਟ ਕਰਦਾ ਹੈ ਸ੍ਰੀ ਦਸਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ। ਤੇ ਵੱਡੀ ਗੱਲ ਇਹ ਹੈ, ਦੇਖੋ ਆਪਣੇ ਪੁਰਾਤਨ ਸਿੱਖ ਜਿਹੜੇ ਸਨ ਉਹ ਸਾਰੇ ਦਸਮ ਗ੍ਰੰਥ ਦੀ ਬਾਣੀ ਪੜਿਆ ਕਰਦੇ। ਬਹੁਤੀ ਦੂਰ ਨਾ ਜਾਓ, ਤੁਹਾਡੇ ਮਾਤਾ ਪਿਤਾ, ਤੁਹਾਡੇ ਦਾਦਾ, ਤੁਹਾਡੇ ਨਾਨੀ ਜੀ, ਉਹ ਸਾਰੇ ਦਸਮ ਗ੍ਰੰਥ ਦੀ ਬਾਣੀ ਪੜ੍ਹਦੇ ਹੁੰਦੇ ਸਨ। ਕੀ ਉਹ ਗਲਤ ਸਨ? ਕਿ ਉਹਨਾਂ ਨਾਲੋਂ ਆਪਾਂ ਵੱਡੇ ਸਿੱਖ ਬਣ ਗਏ ਅੱਜ? ਕਿ ਸਿੱਖੀ ਆਪਣੇ ਚ ਜ਼ਿਆਦਾ ਆ ਗਈ ਅੱਜ? ਕਿ ਬਾਬਾ ਦੀਪ ਸਿੰਘ ਗਲਤ ਸਨ ਜਿਹੜੇ ਦਸਮ ਗ੍ਰੰਥ ਦੇ ਸਰੂਪ ਲਿਖਦੇ ਸਨ, ਪੜ੍ਹਦੇ ਸਨ? ਉਹਨਾਂ ਨੇ ਆਪਣਾ ਸੀਸ ਤਲੀ ਤੇ ਚੱਕ ਲਿਆ ਕਿ ਉਹ ਗਲਤ ਸਨ? ਇੱਥੋਂ ਤੱਕ ਅੱਜ ਸੰਤ ਸੋਹਣ ਸਿੰਘ ਜੀ ਮਲਾਕੇ ਦੇ ਉੱਤੇ ਵੀ ਅੱਜ ਉਂਗਲੀਆਂ ਉਠਾਈਆਂ ਜਾ ਰਹੀਆਂ ਨੇ। ਕਹਿੰਦੇ ਸੰਤ ਸੋਹਣ ਸਿੰਘ ਜੀ 5 ਬਾਣੀਆਂ ਦਾ ਨਿਤਨੇਮ ਕਰਦੇ ਸਨ, ਤੇ ਅੱਜ ਕਹਿੰਦੇ SRM ਦੇ ਵਿੱਚ 3 ਬਾਣੀਆਂ ਲਿਖੀਆਂ, ਸੰਤ ਸੋਹਣ ਸਿੰਘ ਜੀ ਗਲਤ ਕਰਦੇ ਸਨ। ਅੱਜ ਉਂਗਲੀਆਂ ਸੰਤਾਂ ਤੇ ਵੀ ਉੱਠਣ ਲੱਗੀਆਂ ਜੀ। ਮੈਂ ਤਾਂ ਇੱਕੇ ਗੱਲ ਕਹਿੰਦਾ ਹੋਣਾ, ਇੱਕ ਸਬੂਤ ਹੁੰਦਾ ਹੈ ਕਿਸੇ ਦੀ ਕਮਾਈ ਦਾ। ਸੰਤ ਸੋਹਣ ਸਿੰਘ ਜੀ ਨੂੰ ਗਿਆ 1973, ਅੱਜ ਤੱਕ ਜਿਹੜਾ ਹੈ ਸਭ ਤੋਂ ਵੱਡਾ ਇਕੱਠ ਸਿੱਖਾਂ ਦਾ ਮਲਾਕੇ ਹੁੰਦਾ ਹੈ ਬਰਸੀ ਤੇ ਸਭ ਤੋਂ ਵੱਡਾ ਇਕੱਠ ਉਹਨਾਂ ਦਾ ਹੁੰਦਾ ਹੈ। ਤੇ ਦੇਖੋ ਜੇ ਉਹ ਗਲਤ ਨੇ ਨਾ, ਜੇ ਉਹ ਗਲਤ ਹੋ ਗਏ ਫਿਰ ਆਪਾਂ ਕਿਵੇਂ ਠੀਕ ਹੋ ਗਏ? ਹੋ ਹੀ ਨਹੀਂ ਸਕਦਾ। ਉਹਨਾਂ ਦੇ ਹੱਥ ਲਿਖਤ ਸੰਤ ਸੋਹਣ ਸਿੰਘ ਜੀ ਦਾ ਇੱਕ ਸ਼ਬਦ ਹੈ ਰੋਗਣ ਤੇ ਅਰਸੋਗਣ ਤੇ, ਉਹਨਾਂ ਦਾ ਹੱਥ ਲਿਖਤ ਸ਼ਬਦ ਵੀ ਅੱਜ ਤੱਕ ਪਿਆ ਹੈ। ਸੋ ਇਉਂ ਕਰਕੇ ਡਾਊਟ ਨਹੀਂ ਕਰਨਾ, ਕਿਉਂਕਿ ਡਾਊਟ ਕਰਨ ਦੇ ਨਾਲ ਕੀ ਹੁੰਦਾ ਹੈ, ਆਪਣੀ ਜਿਹੜੀ ਹੈ ਮਾਨਸਿਕ ਜਿਹੜੀ ਹਾਲਾਤ ਆ ਉਹ ਖਰਾਬ ਹੋ ਜਾਂਦੀ ਹੈ। ਆਪਣੇ ਜਿਹੜੇ ਹਨ ਰੂਹਾਨੀਅਤ ਤੌਰ ਤੇ ਆਪਾਂ ਨੂੰ ਰੁਕਾਵਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸੋ ਇਸ ਕਰਕੇ ਜਿਹੜਾ ਹੈ ਇਹ ਮਨ ਵਿੱਚੋਂ ਬਿਲਕੁਲ ਭਰਮ ਨੂੰ ਕੱਢ ਦਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਗੁਰੂ ਨੇ, ਤੇ ਸ੍ਰੀ ਦਸਮ ਗ੍ਰੰਥ ਜਿਹੜੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ। ਤੇ ਜੇ ਕੋਈ ਸਵਾਲ ਕਰਦਾ ਵੀ ਗੁਰੂ ਗੋਬਿੰਦ ਸਿੰਘ ਆਪਣੀ ਬਾਣੀ ਕਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਲਿਖੀ, ਪਹਿਲੀ ਗੱਲ ਆਪਾਂ ਕੌਣ ਹਾਂ? ਗੁਰੂ ਗੋਬਿੰਦ ਸਿੰਘ ਨੇ ਆਪਣਾ ਦੋਹਰਾ ਤਾਂ ਲਿਖ ਦਿੱਤਾ ਨਾ, ਬਲ ਹੋਆ ਬੰਧਨ ਛੁੱਟੇ। ਇੱਕ ਦੋਹਰਾ ਤਾਂ ਮਹਾਰਾਜ ਨੇ ਪਾ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਚਾੜ ਦਿੱਤਾ। ਉਹ ਤਾਂ ਮਹਾਰਾਜ ਦੀ ਮਰਜ਼ੀ ਹੈ। ਕੌਣ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਸਵਾਲ ਕਰ ਸਕਦਾ ਹੈ ਵੀ ਇਹ ਨਹੀਂ ਕਰਨਾ ਸੀ?